ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਚਰਚਾ ਅਜਿਹੇ ਮੁੱਦੇ 'ਤੇ ਕਰ ਰਹੇ ਹਾਂ ਜਿਹੜਾ ਮੁੱਦਾ ਸਮੁੱਚੀ ਸਿੱਖ ਕੌਮ ਦੇ ਲੜਾਕੂਆਂ ਨਾਲ, ਜੁਝਾਰੂਆਂ ਨਾਲ ਸੰਬੰਧਿਤ ਹੈ। ਇਹ ਹਨ 21 ਬੰਦੀ ਸਿੱਖ ਜੋ ਹਿੰਦੁਸਤਾਨ ਦੀਆਂ ਜੇਲ੍ਹਾਂ ਵਿੱਚ ਪਿਛਲੇ 22 ਸਾਲ ਤੋਂ 37 ਸਾਲ ਤੱਕ ਰੁਲ ਰਹੇ ਹਨ। ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਪਰ ਉਹਨਾਂ ਨੂੰ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਅਤੇ ਭਾਰਤ ਸਰਕਾਰ ਰਿਹਾ ਨਹੀਂ ਕਰ ਰਹੀ, ਉਹਨਾਂ ਨੂੰ ਛੱਡ ਨਹੀਂ ਰਹੀ। ਇਹ ਬੜੇ ਦੁੱਖ ਦੀ ਗੱਲ ਹੈ ਅਤੇ ਸਿੱਖ ਕੌਮ ਲਈ ਬੜੀ ਨਮੋਸ਼ੀ ਦੀ ਗੱਲ ਹੈ। ਇਸ ਮੁੱਦੇ 'ਤੇ ਮੈਂ ਗੱਲ ਇਸ ਲਈ ਕਰ ਰਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਇੱਕ ਚਿੱਠੀ ਲਿਖ ਕੇ ਇਹ ਕਿਹਾ ਕਿ ਜੋ ਉਹਨਾਂ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਜੋ ਉਮਰ ਕੈਦ ਵਾਲੀ ਅਤੇ ਰਿਹਾਈ ਵਾਲੀ ਜੋ ਉਹਨਾਂ ਨੇ ਅਪੀਲ ਦਿੱਤੀ ਹੈ, ਮਰਸੀ ਪਟੀਸ਼ਨ, ਦਇਆ ਦੀ ਅਪੀਲ, ਰਹਿਮ ਦੀ ਅਪੀਲ, ਤਰਸ ਦੀ ਅਪੀਲ, ਉਹ ਵਾਪਸ ਲੈ ਲਈ ਹੈ। ਤੁਸੀਂ ਸੋਚ ਸਕਦੇ ਹੋ ਕਿ ਸਿੱਖ ਕੌਮ ਦੇ 21 ਜੁਝਾਰੂ ਸਿੰਘ ਜਿਨ੍ਹਾਂ ਨੇ 1984 ਤੋਂ ਉਸ ਤੋਂ ਪਹਿਲੇ ਚੱਲ ਰਹੇ ਸਿੱਖ ਕੌਮ ਦੇ ਸੰਘਰਸ਼ ਲਈ ਅਜਿਹੀਆਂ ਕੁਰਬਾਨੀਆਂ ਕੀਤੀਆਂ, ਅਜਿਹੇ ਉਹਨਾਂ ਨੇ ਕਾਰਨਾਮੇ ਕੀਤੇ ਜੋ ਕਿ ਪਿਛਲੇ 100 ਸਾਲ ਵਿੱਚ ਸਿੱਖ ਇਤਿਹਾਸ ਵਿੱਚ ਨਹੀਂ ਹੋਏ। ਸਿੱਖ ਇਤਿਹਾਸ ਸ਼ਹੀਦੀਆਂ ਦਾ ਇਤਿਹਾਸ ਹੈ। ਰੋਜ਼ਾਨਾ ਦੀ ਜੋ ਬਲਵੰਤ ਸਿੰਘ ਰਾਜੋਆਣਾ ਨੇ ਜੋ ਚਿੱਠੀ ਲਿਖੀ ਹੈ, ਉਸ ਵਿੱਚ ਉਸ ਨੇ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ, ਇਸ ਨੂੰ ਸੰਕਲਪਬੱਧ ਕਰਕੇ ਸਿੱਖ ਕੌਮ ਦੇ ਮੂੰਹ 'ਤੇ ਥੱਪੜ ਮਾਰਿਆ। ਮੈਂ ਕਹਿਣਾ ਨਹੀਂ ਚਾਹੁੰਦਾ ਕਿ ਉਸ ਨੇ ਠੁੱਡਾ ਮਾਰਿਆ, ਔਰ ਇਹਦੇ ਵਿੱਚ ਉਸ ਨੇ ਸਾਰੀਆਂ ਸੰਸਥਾਵਾਂ ਨੂੰ ਰਗੜਿਆ ਔਰ ਉਸ ਨੇ ਇਹ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਅਤੇ ਖਾਸ ਕਰਕੇ ਉਹਨਾਂ ਨੇ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਰਿਹਾਈ ਦੀ ਗੱਲ ਕੀਤੀ ਹੈ। ਉਹਦੇ ਲਈ ਉਹਨਾਂ ਨੇ 3 ਸ਼ਬਦ ਵਰਤੇ ਜਿਨ੍ਹਾਂ ਦੇ ਅਰਥ ਤੁਹਾਡੇ ਸਾਰਿਆਂ ਲਈ ਸਮਝਣੇ ਜ਼ਰੂਰੀ ਨੇ। ਜਿਹੜੇ ਸਿੱਖ ਕੌਮ ਲਈ ਦਿਲ ਵਿੱਚ ਦਰਦ ਰੱਖਦੇ ਨੇ ਅਤੇ ਉਹਨਾਂ ਦੇ ਦਿਲ ਵਿੱਚ ਕੋਈ ਸਿਆਸਤ ਨਹੀਂ, ਕੋਈ ਲਾਲਚ ਨਹੀਂ ਅਤੇ ਉਹ ਵਿਕਾਊ ਨਹੀਂ। ਮੈਂ ਇਹ ਨਖੇੜਾ ਕਰਕੇ ਕਹਿ ਰਿਹਾ। ਉਸਨਾਂ ਨੇ ਉਹਦੀ ਚਿੱਠੀ 'ਚ ਸ਼ਬਦ ਹੈ ਪੋਲੀਟੀਕਲ ਟ੍ਰਿਕਰੀ, ਡਿਸੈਪਸ਼ਨ ਐਂਡ ਪਲੋਟਿੰਗ। ਜਿਆਸੀ ਯਾਨੀ ਧੋਖੇਬਾਜ਼ੀ, ਮਕਾਰੀ, ਸਾਜ਼ਿਸ਼, ਸਿਆਸੀ ਠੱਗੀ ਅਤੇ ਚਲਾਕੀਆਂ ਭਰੀ ਸਿਆਸਤ ਖੇਡੀ ਗਈ ਹੈ ਉਹਨਾਂ ਦੀ ਰਿਹਾਈ ਲਈ। ਇਹ ਜੋ ਰਾਜੋਆਣਾ ਨੇ ਆਪਣੇ ਦੁਖੀ ਦਿਲ ਵਿੱਚੋਂ 3-4 ਸ਼ਬਦ ਵਰਤੋਂ ਵਿੱਚ ਲਿਆ ਕੇ ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਜੀ ਨੂੰ ਜੋ ਪੱਤਰ ਲਿਖਿਆ ਕਿ ਉਹਨਾਂ ਦੀ ਜਿਹੜੀ ਰਿਹਾਈ ਲਈ ਚਿੱਠੀ ਹੈ SGPC ਨੇ ਦਿੱਤੀ, ਉਹ ਵਾਪਸ ਲੈ ਲਈ ਜਾਏ, ਨਹੀਂ ਤਾਂ ਉਹ ਹੰਗਰ ਸਟ੍ਰਾਈਕ 'ਤੇ ਬੈਠ ਜਾਣਗੇ। ਤੁਸੀਂ ਸੋਚ ਸਕਦੇ ਹੋ ਕਿ ਜੁਝਾਰੂ ਸਿੱਖ ਕਿੰਨਾ ਦੁਖੀ ਹੋ ਕੇ ਇਸ ਨੇ ਇਹ ਪੱਤਰ ਲਿਖਿਆ ਹੋਵੇਗਾ। ਔਰ ਇਹ ਜਿਹੜੇ 3 ਸ਼ਬਦ ਹਨ, ਧੋਖੇਬਾਜ਼ੀ, ਸਿਆਸੀ ਠੱਗੀ, ਸਾਜ਼ਿਸ਼, ਇਹ ਜਿਹੜੇ ਬਾਕੀ ਦੇ 19-20 ਬੰਦੀ ਸਿੰਘ ਜੇਲ੍ਹਾਂ 'ਚ ਰੁਲ ਰਹੇ ਹਨ, ਉਹਨਾਂ ਦੀ ਰਿਹਾਈ ਉੱਪਰ ਵੀ ਇਹੀ ਸੰਕਲਪ ਲਾਗੂ ਹੁੰਦਾ। ਸਿੱਖ ਕੌਮ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਧੋਖੇਬਾਜ਼ੀ,
ਠੱਗੀ, ਸਿਆਸੀ ਠੱਗੀ, ਮਕਾਰੀ ਸਾਜ਼ਿਸ਼ ਕੌਣ ਕਰ ਰਿਹਾ, ਕਿੰਨੇ ਕਿੰਨੇ ਕੀਤੀ। ਇਹ ਬੜਾ ਵੱਡਾ ਕਲੰਕ ਲਾਤਾ ਹੈ ਸਿੱਖ ਕੌਮ ਦੀਆਂ ਸਿਰ ਕੱਢ ਸਾਰੀਆਂ ਸੰਸਥਾਵਾਂ 'ਤੇ। ਚਲਾਕੀ ਸਿੱਖ ਕੌਮ ਦੇ ਆਮ ਸ਼ਰਧਾਲੂ ਨਹੀਂ ਕਰ ਰਹੇ। ਸੋ ਇਹ ਜੋ ਉਹਨਾਂ ਨਾਲ ਜੇ ਸਪਸ਼ਟ ਸ਼ਬਦਾਂ ਵਿੱਚ ਕਹੀਏ, ਉਹਨਾਂ ਨਾਲ ਜੋ ਬੇਈਮਾਨੀ, ਧੋਖਾ ਹੋ ਰਿਹਾ ਤੇ ਪਿੱਛੇ ਸਮਿਆਂ 'ਚ ਹੋਇਆ, ਉਸ ਦੀਆਂ ਜ਼ਿੰਮੇਵਾਰ ਸੰਸਥਾਵਾਂ ਕਿਹੜੀਆਂ? ਉਹਨਾਂ ਵਿੱਚ ਉਹਨਾਂ ਦੇ ਜੋ ਨਾਂ ਲਿਖੇ ਹਨ, ਉਹਨਾਂ ਨੇ ਸਿੱਧੇ ਤੌਰ ਨਹੀਂ ਕਿਹਾ, ਪਰ ਉਹਨਾਂ ਨੇ ਇਹ ਦੋਸ਼ ਜਿਹੜੇ ਉੱਪਰ ਲਾਏ ਬੜੇ ਸਖਤ ਸੰਗੀਨ ਦੋਸ਼ ਹਨ ਸਿੱਖ ਕੌਮ ਦੀਆਂ ਸੰਸਥਾਵਾਂ 'ਤੇ ਲੀਡਰਾਂ 'ਤੇ। ਉਹਦੇ ਬਾਅਦ ਉਹਨਾਂ ਨੇ ਜਿਹੜੀਆਂ ਸੰਸਥਾਵਾਂ ਦੇ ਇਹਦੇ 'ਚ ਨਾਂ ਲਿਖੇ ਹਨ, ਉਹ ਨਾਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਨਾਂ ਨੇ ਬ੍ਰੈਕਟਸ ਬਾਦਲ ਨਹੀਂ ਲਿਖਿਆ, ਫਿਰ ਅਸੀਂ ਬਾਦਲ ਵੀ ਕਹਿ ਲਈਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਹਿ ਲਈਏ, ਅਤੇ ਸ਼੍ਰੋਮਣੀ ਅਕਾਲੀ ਦਲ ਜੇ ਕੋਈ ਹੋਰ ਹੈ ਜਿਹਦਾ ਮੈਂ ਨਾਂ ਨਹੀਂ ਲੈ ਲਿਆ ਉਹ ਵੀ ਵਿੱਚ ਆ ਗਏ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ। ਪਰ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਹੈ, ਉਹ ਵੀ ਉਹਨਾਂ ਦੇ ਦਿਲ ਦੇ ਦੁੱਖ ਵਿੱਚੋਂ ਨਿਕਲਿਆ। ਇਹ ਚਿੱਠੀ ਉਹਨਾਂ ਨੇ ਪਟਿਆਲਾ ਜੇਲ੍ਹ ਤੋਂ ਬੀਬੀ ਕਮਲਦੀਪ ਕੌਰ, ਜੋ ਉਹਨਾਂ ਦੀ ਭੈਣ ਕਹੀ ਜਾਂਦੀ ਹੈ, ਉਹਦੇ ਹੱਥ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਹੈ। ਉਹ ਚਿੱਠੀ ਬੀਬੀ ਕਮਲਜੀਤ ਕੌਰ ਨੇ ਜਨਤਕ ਕੀਤੀ, ਸਾਰੀ ਪ੍ਰੈਸ ਨੂੰ ਦਿੱਤੀ। ਪ੍ਰੈਸ ਨੇ ਉਸ ਚਿੱਠੀ ਨੂੰ ਹਊ ਬਹੂ ਛਾਪਿਆ, ਸਾਰੀਆਂ ਅਖਬਾਰਾਂ 'ਚ ਛਪੀ ਹੈ। ਜੋ ਕੁਝ ਅਖਬਾਰਾਂ 'ਚ ਛਪਿਆ ਉਸ ਆਧਾਰ 'ਤੇ ਮੈਂ ਇਸ ਦਾ ਮੁਲੰਕਣ, ਐਨਾਲਿਸਿਸ, ਇਹਦੀ ਪੜਚੋਲ ਕਰ ਰਿਹਾ ਕਿ ਸਿੱਖ ਕੌਮ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਤੁਹਾਡੀ ਏਡੀ ਵੱਡੀ ਸੰਸਥਾ ਨੇ ਇੱਕ ਦਰਖਾਸਤ ਭੇਜੀ ਹੋਵੇ ਅਤੇ ਉਸ ਉੱਪਰ ਕੇਂਦਰ ਸਰਕਾਰ 12 ਸਾਲ ਬੈਠੀ ਰਹੇ ਔਰ ਉਹਦੇ ਉੱਪਰ ਕੋਈ ਐਕਸ਼ਨ ਨਾ ਲਿਆ ਜਾਏ। ਇਹ ਜੋ ਦਇਆ ਦੀ ਅਪੀਲ ਹੁੰਦੀ ਹੈ, ਇਹ ਤਰਸ ਦੀ ਅਪੀਲ ਹੁੰਦੀ ਹੈ, ਰਹਿਮ ਦੀ ਅਪੀਲ ਹੁੰਦੀ ਹੈ। ਵੈਸੇ ਤਾਂ ਸਿੱਖ ਕੌਮ ਨੂੰ, ਆਪਣੇ ਜੁਝਾਰੂਆਂ ਨੂੰ ਅਜਿਹੀ, ਮੈਂ ਸ਼ਬਦ ਕੀ ਯੂਜ਼ ਕਰਾਂ, ਅਜਿਹੀ ਸਥਿਤੀ 'ਚ ਪਾਉਣਾ ਨਹੀਂ ਚਾਹੀਦਾ। ਇਹ ਜੋ ਅਪੀਲ ਕੀਤੀ ਗਈ ਸੀ, ਮਰਸੀ ਅਪੀਲ, ਰਹਿਮ ਦੀ, ਤਰਸ ਦੀ, ਇਹ ਅਕਾਲ ਤਖਤ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਸੀ। ਮੈਂ ਇਹ ਸਮਝਣਾ ਕਿ ਸਿੱਖਾਂ ਦੀ ਸਰਵ ਉੱਚਤਮ ਜੋ ਸੰਸਥਾ ਹੈ, ਤਖਤ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਅਜਿਹੀਆਂ ਅਪੀਲਾਂ ਦੇ ਮਾਮਲੇ 'ਚ ਆਉਣਾ ਹੀ ਨਹੀਂ ਚਾਹੀਦਾ। ਸਿੱਖ ਕੌਮ ਨੂੰ ਇੱਕ ਪਾਸੇ ਅਸੀਂ ਕੁਰਬਾਨੀਆਂ ਦੀ ਕੌਮ ਕਹਿੰਦੇ ਹਾਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਡਾ ਇਤਿਹਾਸ ਬਹੁਤ ਸ਼ਹੀਦੀਆਂ ਭਰਿਆ ਇਤਿਹਾਸ ਹੈ ਔਰ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਹੀਦੀਆਂ ਵੀ ਦਿੱਤੀਆਂ, ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਸ਼ਹੀਦਾਂ 'ਚ ਨਾਂ ਹਨ ਉਹਨਾਂ ਦੇ। ਫਿਰ ਅਸੀਂ ਅਜਿਹੀਆਂ ਦਰਖਾਸਤਾਂ ਦੇਣ ਲਈ ਆਪਣੇ ਜੁਝਾਰੂਆਂ ਨੂੰ ਕਿਉਂ ਸ਼ਰਮਿੰਦਾ ਕਰਦੇ ਹਾਂ? ਤੁਸੀਂ ਸੋਚ ਸਕਦੇ ਹੋ 20 ਬੰਦੀ ਸਿੰਘ ਜਿਹੜੇ 1984 ਤੋਂ ਉਸ ਤੋਂ ਪਹਿਲੇ ਦਾ ਜੋ ਪੰਜਾਬ ਦਾ ਮਾਹੌਲ ਸੀ, ਜਿਸ ਦੀ ਮੁੱਖ ਲੀਡਰਸ਼ਿਪ ਦਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੱਥ ਵਿੱਚ ਸੀ, ਉਸ ਇਨਵਾਇਰਮੈਂਟ ਵਿੱਚ ਇਹਨਾਂ ਜੁਝਾਰੂਆਂ ਨੇ ਜੋ ਇੱਕ ਇਨਵਾਇਰਮੈਂਟ ਬਿਲਡ ਕੀਤਾ ਗਿਆ, ਉਸ ਇਨਵਾਇਰਮੈਂਟ ਵਿੱਚ ਇਹ ਨੌਜਵਾਨ ਜੁਝਾਰੂ ਅੱਗੇ ਵਧੇ। ਇਹਨਾਂ ਦੀ ਆਪਣੀ ਮਰਜ਼ੀ ਸੀ, ਕਿਉਂਕਿ ਇਹਨਾਂ ਦੇ ਹਿੰਦਰੇ ਵਲੂੰਦਰੇ ਗਏ ਜਿਸ ਵੇਲੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਢਹਿ ਢੇਰੀ ਹੋਇਆ ਦੇਖਿਆ। ਉਹਨਾਂ ਨੇ ਆਪਣੇ ਆਪਣੇ ਤੌਰ 'ਤੇ ਫੈਸਲੇ ਲੈ ਕੇ ਆਪਣਾ ਆਪਣਾ ਰਾਹ ਚੁਣਿਆ। ਉਹਨਾਂ ਦੇ ਰਾਹ ਚੁਣਨ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ,
ਕਿਉਂਕਿ ਉਹਨਾਂ ਅੰਦਰ ਜੋ ਭਾਵਨਾਵਾਂ ਪੈਦਾ ਹੋਈਆਂ ਉਹ ਇਸ ਕਰਕੇ ਪੈਦਾ ਹੋਈਆਂ ਕਿ ਉਹਨਾਂ ਦਾ ਸਿੱਖੀ ਵਿੱਚ, ਸਿੱਖ ਅਸੂਲਾਂ ਵਿੱਚ, ਸਿੱਖ ਜੀਵਨ ਜਾਚ ਵਿੱਚ ਤੇ ਗੁਰੂਆਂ ਵੱਲੋਂ ਦਿੱਤੀ ਗਈ ਕੁਰਬਾਨੀਆਂ ਵਿੱਚ ਵਿਸ਼ਵਾਸ ਸੀ। ਉਹਨਾਂ ਦਾ ਰਹਿਨੁਮਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਸੀ। ਜਦੋਂ ਉਹਨਾਂ ਨੂੰ ਐਂ ਲੱਗਾ ਕਿ ਸਾਡੇ ਅਕਾਲ ਤਖਤ ਸਾਹਿਬ ਨਾਲ ਭਾਰਤੀ ਫੌਜਾਂ ਨੇ ਇਸ ਪ੍ਰਕਾਰ ਦਾ ਕੀਤਾ ਕਿ ਢਹਿ ਢੇਰੀ ਕਰ ਦਿੱਤਾ, ਨੌਜਵਾਨ, ਬੱਚੇ, ਬੀਬੀਆਂ, ਹਰ ਉਮਰ ਦੀਆਂ ਜਨਾਨੀਆਂ, ਸਾਡੇ ਬਜ਼ੁਰਗ ਜੋ ਨਿਹੱਥੇ ਸਨ ਉਹ ਅੰਦਰ ਸ਼ਹੀਦ ਹੋਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਵੀ 200-300 ਕਿਹਾ ਜਾਂਦਾ ਹਥਿਆਰਬੰਦ ਸਨ। ਤੋ ਅੱਜ ਸਾਡਾ ਜਿਹੜਾ ਮੋਰਚਾ ਲੱਗਾ ਹੈ, ਮੈਂ ਹੁਣ ਉਸ ਪਾਸੇ ਆਉਣਾ, ਇਹ ਜੇ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ, ਜੇਲ੍ਹਾਂ 'ਚੋਂ ਕੱਢਣ ਲਈ 3 ਜਨਵਰੀ 2023 ਦਾ ਲੱਗਾ ਹੋਇਆ ਤੇ ਹੁਣ ਨਵੰਬਰ ਆ ਗਈ ਹੈ, ਯਾਨੀ ਤਕਰੀਬਨ 11 ਮਹੀਨੇ ਹੋ ਗਏ। ਔਰ ਇਹ ਜੋ ਮੋਰਚਾ ਲੱਗਾ ਹੈ, ਇਸ ਮੋਰਚੇ ਨਾਲ ਕਿਹੜੀਆਂ ਸੰਸਥਾਵਾਂ ਨੇ ਆਪਣੇ ਆਪ ਨੂੰ ਨਹੀਂ ਜੋੜਿਆ। ਉਹਨਾਂ ਵਿੱਚ ਇੱਕ ਤਾਂ ਹੈ ਦਮਦਮੀ ਟਕਸਾਲ, ਇੱਕ ਭਾਈ ਰਣਜੀਤ ਸਿੰਘ ਜੀ ਨੇ ਜੋ ਅਕਾਲ ਤਖਤ ਦੇ ਜਥੇਦਾਰ ਰਹੇ ਹਨ, ਉਹਨਾਂ ਨੇ ਵੀ ਬੜੀ ਲੰਬੀ ਕੈਦ ਕੱਟੀ ਹੈ ਜੇਲ੍ਹ 'ਚੋਂ। ਉਹਨਾਂ ਨੇ ਵੀ ਸ਼ੁਰੂ 'ਚ ਹੀ ਇਸ ਮੋਰਚੇ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ। ਉਹਨਾਂ ਦਾ ਵਿਚਾਰ ਇਹ ਸੀ ਕਿ ਇਸ ਮੋਰਚੇ 'ਚੋਂ ਕੁਝ ਨਹੀਂ ਨਿਕਲਣਾ, ਇਸ ਵਿੱਚ ਅਸੀਂ ਜਲੀਲ ਹੋਵਾਂਗੇ ਤੇ ਗਲਾਜਤ ਨਿਕਲੇਗੀ। ਮੈਂ ਕਈ ਵਾਰੀ ਇਸ ਮੋਰਚੇ 'ਤੇ ਹੁਣ ਜਾਂਦਾ ਤੇ ਦੇਖਦਾ ਕਿ ਉੱਥੇ ਸੰਗਤ ਹੁਣ ਨਹੀਂ ਹੁੰਦੀ। ਸ਼ੁਰੂ ਸੰਗਤ 'ਚ ਬੜਾ ਜੋਸ਼ ਸੀਗਾ, ਸੰਗਤ ਸੀਗੀ। ਹੁਣ ਉੱਥੇ ਲੰਗਰ ਦੇ ਇੰਤਜ਼ਾਮ ਹੈਗੇ, ਪਰ ਕਿਉਂਕਿ ਸੰਗਤ ਨਹੀਂ ਆਉਂਦੀ ਇਸ ਲਈ ਲੋੜ ਅਨੁਸਾਰ ਕਰ ਦਿੱਤੇ ਗਏ। ਔਰ ਜੋ ਲੰਬੀਆਂ ਕਤਾਰਾਂ ਵਿੱਚ, ਟਰੈਕਟਰ ਟਰਾਲੀਆਂ ਵਿੱਚ ਤੇ ਜੋ ਛੱਪਰਾਂ ਦੇ ਘਰ ਬਣਾਏ ਗਏ ਸੀ, ਉਹ ਹੁਣ ਖਾਲੀ ਹੁੰਦੇ ਨੇ। ਸੋ ਇਹ ਜੋ ਬਲਵੰਤ ਸਿੰਘ ਰਾਜੋਆਣਾ ਨੇ ਜੋ ਸਾਡੀ ਕੌਮ ਨੂੰ ਜੋ ਚੁਣੌਤੀ ਦਿੱਤੀ ਹੈ, ਇਸ ਬਾਰੇ ਸਾਨੂੰ ਸੋਚਣਾ ਪਏਗਾ, ਕਿਉਂਕਿ ਬਲਵੰਤ ਸਿੰਘ ਰਾਜੋਆਣਾ ਨੇ ਕੌਮੀ ਇਨਸਾਫ ਮੋਰਚੇ ਤੋਂ ਵੀ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਪਰ ਕੌਮੀ ਇਨਸਾਫ ਮੋਰਚਾ ਇਹ ਥੋੜ੍ਹੀ ਕਹੇਗਾ ਕਿ ਵੀ 20 ਸਿੰਘ ਜਿਹੜੇ ਨੂੰ ਬੰਦੀ ਸਿੰਘਾਂ ਦੀ ਰਿਹਾਈ ਹੋਈ ਤੇ ਇੱਕ ਦਾ ਨਹੀਂ, ਉਹਨਾਂ ਦਾ ਤੇ ਸਮੁੱਚੇ ਜੋ 20 ਦੀ ਗਿਣਤੀ ਹੈ ਉਹਦੇ ਬਾਰੇ ਸਭ ਲਈ ਮੋਰਚਾ ਸੀ। ਹੁਣ ਅਗਲੀ ਗੱਲ ਜੋ ਮੈਂ ਤੁਹਾਨੂੰ ਦੱਸਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਪਰਿਵਾਰ ਨੂੰ ਸਿਆਸੀ ਤੌਰ 'ਤੇ ਰੱਜ ਕੇ ਵਰਤਿਆ। ਜਿਹੜੀਆਂ ਲਾਹਨਤਾਂ ਉਹਨਾਂ ਨੂੰ ਪੈਣੀਆਂ ਸੀ ਚੋਣਾਂ 'ਚ ਹਾਰਨ ਕਰਕੇ, ਉਹਨਾਂ ਨੇ ਕਮਲਦੀਪ ਕੌਰ ਜੋ ਰਾਜੋਆਣਾ ਜੀ ਦੀ ਸਿਸਟਰ ਹੈ, ਉਸ ਨੂੰ 2 ਚੋਣਾਂ ਲਗਾਈਆਂ ਤੇ ਦੋਨਾਂ ਚੋਣਾਂ 'ਚੋਂ ਉਹਨਾਂ ਦੀ ਹਾਰ ਹੋਈ। ਇੱਕ ਵਿੱਚ ਸ਼ਾਇਦ ਜ਼ਮਾਨਤ ਵੀ ਜ਼ਬਤ ਹੋਈ। ਜਿਹੜੀ ਸੰਗਰੂਰ ਵਾਲੀ ਚੋਣ ਸੀ, ਪਾਰਲੀਮੈਂਟਰੀ ਬਾਈ ਇਲੈਕਸ਼ਨ, ਉਹਦੇ ਵਿੱਚ ਤੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਆਪਣੇ ਆਪ ਨੂੰ ਖਾਲਿਸਤਾਨੀ ਹਰ ਵੇਲੇ ਸਮਝਦੇ ਹਨ ਤੇ ਖਾਲਿਸਤਾਨ ਦੀ ਗੱਲ ਕਰਦੇ ਹਨ, ਉਹਨਾਂ ਨੇ ਵੀ ਬਲਵੰਤ ਸਿੰਘ ਰਾਜੋਆਣਾ ਦੀ ਜੋ ਸੈਕਰੀਫਾਈਸ ਹੈ ਇੰਨੀ ਲੰਬੀ 27 ਸਾਲ ਦੀ ਜੇਲ੍ਹ ਕੱਟਣ ਦੀ, 12 ਸਾਲ ਦੀ ਉਹਨਾਂ ਦੀ ਜਿਹੜੀ ਹੈ ਕੈਦ, ਉਹ ਜਿਹੜੀ ਫਾਂਸੀ ਜਾਫਤਾ ਕੈਦੀ ਹੁੰਦੇ ਨੇ, ਉਹਨਾਂ ਨੂੰ ਇੱਕ ਕੋਠੜੀ 'ਚ ਕੱਟਣੀ ਪੈਂਦੀ ਹੈ। ਉਹ ਵੀ ਨਹੀਂ ਮੰਨੇ, ਉਹਨਾਂ ਨੇ ਵੀ ਕਿਹਾ ਨਹੀਂ ਮੈਂ ਤੇ ਇਲੈਕਸ਼ਨ ਲੜੂੰਗਾ, तो बीबी कमलजीत कौर जी की हार हो गई। सो ये जिहड़ा उन्होंने सिख कौम ते 3 शब्दां च दोष लाए
ਔਰ ਕਨਸੈਪਚੁਅਲਾਈਜ਼ ਕੀਤਾ, ਉਹ ਬਿਲਕੁਲ ਠੀਕ ਹੈ, ਉਸ ਨਾਲ ਮੈਂ ਬਿਲਕੁਲ ਸਹਿਮਤ ਹਾਂ। ਉਹਦਾ ਕਾਰਨ ਇਹ ਹੈ ਕਿ ਬੰਦੀ ਸਿੰਘਾਂ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬੜੀ ਸਿਆਸਤ ਕੀਤੀ। ਔਰ ਜੇ ਮੈਂ ਤੁਹਾਨੂੰ ਇਸ ਦਾ ਥੋੜ੍ਹਾ ਜਿਹਾ ਇਤਿਹਾਸ ਦੱਸਾਂ ਕਿ 31 ਮਾਰਚ 212 ਨੂੰ ਉਹਨਾਂ ਨੂੰ ਫਾਂਸੀ ਹੋਣੀ ਸੀ, ਨਿਸ਼ਚਿਤ ਹੋ ਗਈ। 28 ਮਾਰਚ 212 ਨੂੰ 3 ਦਿਨ ਪਹਿਲੇ ਉਸ ਨੂੰ ਰੋਕ ਦਿੱਤਾ ਗਿਆ। ਉਸ ਨੂੰ ਰੋਕਿਆ ਡਾਕਟਰ ਮਨਮੋਹਨ ਸਿੰਘ, ਜੋ ਉਸ ਸਮੇਂ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੇ ਕਿ ਮਰਸੀ ਪਟੀਸ਼ਨ ਜੋ SGPC ਦੀ ਪ੍ਰੈਜ਼ੀਡੈਂਟ ਕੋਲ ਪੈਂਡਿੰਗ ਸੀ, ਉਸ ਤੇ ਰੋਕ ਦਿੱਤਾ ਗਿਆ। 2019 ਵਿੱਚ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ BJP ਦੀ ਜਿਹੜੀ NDA ਹੈ, ਉਸ ਦੇ ਪ੍ਰਧਾਨ ਮੰਤਰੀ ਸੀਗੇ ਅਟਲ ਬਿਹਾਰੀ ਵਾਜਪਾਈ ਜੀ। ਉਹਨਾਂ ਦੇ ਮਨ ਵਿੱਚ ਵੀ ਰਹਿਮ ਆਈ, ਦਇਆ ਆਈ, ਤੇ ਉਹਨਾਂ ਨੇ ਉਹਨਾਂ ਦੀ ਸਜ਼ਾਏ ਮੌਤ ਨੂੰ ਘਟਾ ਕੇ ਉਮਰ ਦੀ ਸਜ਼ਾ ਵਿੱਚ ਬਦਲਣ ਦਾ ਉਹਨਾਂ ਨੇ ਸਿਫਾਰਿਸ਼ ਪਾਈ। 2 ਮਈ 2022 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਆਦੇਸ਼ ਦਿੱਤੇ ਕਿ ਤੁਸੀਂ 2 ਮਹੀਨੇ ਵਿੱਚ ਫੈਸਲਾ ਕਰੋ ਕਿ ਇਹ ਜੋ ਮਰਸੀ ਪਟੀਸ਼ਨ ਹੈ, ਇਹਦੇ ਉੱਪਰ ਤੁਸੀਂ ਕੀ ਚਾਹੁੰਦੇ। ਇਹਦੇ ਉੱਤੇ ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਔਰ ਸਮੇਂ ਦੀ ਜੋ ਦਿੱਲੀ ਦੀ ਸਰਕਾਰ ਹੈ, ਸਟੇਟ ਗੌਰਮੈਂਟ ਦੀ, ਆਮ ਆਦਮੀ ਪਾਰਟੀ ਦੀ, ਉਹਨਾਂ ਨੇ ਵੀ ਜਿਹੜੇ ਬੰਦੀ ਉਹਨਾਂ ਕੋਲ ਹਨ, ਉਹਨਾਂ ਬਾਰੇ ਹਲੇ ਤੱਕ ਕੋਈ ਸਿਫਾਰਿਸ਼ ਨਹੀਂ ਕੀਤੀ, ਕੋਈ ਰਿਕਮੈਂਡੇਸ਼ਨ ਨਹੀਂ ਕੀਤੀ। ਸੋ ਦਵਿੰਦਰਪਾਲ ਸਿੰਘ ਭੁੱਲਰ ਉਹ ਦਿੱਲੀ ਜੇਲ੍ਹ 'ਚ ਹਨ। ਇਸੀ ਤਰ੍ਹਾਂ ਜਗਤਾਰ ਸਿੰਘ ਹਵਾਰਾ, ਇਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਸਰਬਤ ਖਾਲਸਾ ਨੇ ਲਗਾ ਦਿੱਤਾ। ਮਤਲਬ ਇਹ ਸਾਰੀ ਪੋਲੀਟਿਕਸ ਬੰਦੀ ਸਿੰਘਾਂ ਨਾਲ ਹੋ ਰਹੀ ਹੈ। ਭਈ ਇੱਕ ਜੁਝਾਰੂ ਜੇਲ੍ਹ 'ਚ ਬੈਠਾ ਹੈ, ਆਪਣੀ ਸਜ਼ਾ ਕੱਟ ਰਿਹਾ, ਜਦ ਉਹਦੇ ਕੋਲ ਤਖਤ ਹੀ ਨਹੀਂ ਹੈਗਾ, ਤੇ ਜੇਲ੍ਹ 'ਚੋਂ ਉਹ ਕਿਵੇਂ ਅਕਾਲ ਤਖਤ ਦਾ ਜਥੇਦਾਰ ਹੋ ਸਕਦਾ। ਅਕਾਲ ਤਖਤ ਦਾ ਜਥੇਦਾਰ ਤਾਂ ਉਹੀ ਹੋ ਸਕਦਾ ਹੈ ਜਿਸ ਕੋਲ ਦਰਸ਼ਨੀ ਡਿਓੜੀ ਦੇ ਸਾਹਮਣੇ ਜੋ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਹੈ, ਉਸ ਉੱਪਰ ਜਿਸ ਦਾ ਕਬਜ਼ਾ ਹੈ, ਜਿਸ ਨੂੰ ਬਿਠਾਇਆ ਜਾਂਦਾ ਹੈ, ਉੱਥੇ ਬਿਠਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਲੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸਿਫਾਰਿਸ਼ 'ਤੇ। ਸਾਰੇ ਅਕਾਲ ਤਖਤ ਦੇ ਜਥੇਦਾਰ ਇਵੇਂ ਹੀ ਲੱਗੇ। ਔਰ ਮੈਂ ਇੱਥੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਸਿੱਖ ਕੌਮ ਨੂੰ ਸੋਚਣਾ ਪਏਗਾ ਕਿ ਸਾਡੀ ਕੌਮ ਵਿੱਚ ਕੀ ਕਮਜ਼ੋਰੀਆਂ ਹਨ ਕਿ 20 ਜੁਝਾਰੂ ਸਿੰਘ ਆਪਣੀ ਕੈਦ ਕੱਟ ਚੁੱਕੇ ਹਨ, ਅਤੇ ਕਿਸੇ ਨੇ 15 ਸਾਲ, ਕਿਸੇ ਨੇ 20 ਸਾਲ, ਕਿਸੇ ਨੇ 12 ਸਾਲ ਆਪਣੀ ਕੈਦ ਤੋਂ ਅਗਲੀ ਕੈਦ ਕੱਟ ਦਿੱਤੀ ਹੈ, ਜਿਸ ਦਾ ਕਿ ਕੋਈ ਲੀਗਲ ਬੇਸ ਨਹੀਂ, ਕੋਈ ਕਾਨੂੰਨੀ ਬੇਸ ਹੀ ਨਹੀਂ ਹੈਗਾ। ਅਸੀਂ ਇੰਨੀਆਂ ਡੀਂਗਾਂ ਮਾਰਦੇ ਹਾਂ ਕਿ ਅਸੀਂ ਬੜੀ ਸ਼ਹੀਦੀਆਂ ਦੇਣ ਵਾਲੀ ਕੌਮ ਹਾਂ, ਔਰ ਅਸੀਂ ਬੜੇ, ਫਿਰ ਅਸੀਂ ਛੁਡਵਾ ਕਿਉਂ ਨਹੀਂ ਸਕੇ। ਸਾਡੇ ਜੋ ਜਥੇਦਾਰ ਦਾ ਰੁਤਬਾ ਹੈ ਅਕਾਲ ਤਖਤ ਦਾ, ਉਹ ਸਾਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਥੇਦਾਰਾਂ ਦੀਆਂ। ਯਾਨੀ ਕਿ 1984 'ਚ ਜਦੋਂ ਅਕਾਲ ਤਖਤ ਢਹਿ ਗਿਆ, ਤੇ ਜਥੇਦਾਰ ਸਾਹਿਬ 'ਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਕਹਿੰਦੇ ਕਿ ਮੈਂ ਕੋਈ ਪ੍ਰੈਸ ਨੂੰ, ਟੈਲੀਵਿਜ਼ਨ ਨੂੰ ਸਟੇਟਮੈਂਟ ਨਹੀਂ ਦੇਣੀ। ਉਸ ਵੇਲੇ ਸਿਰਫ ਦੂਰਦਰਸ਼ਨ ਹੁੰਦਾ ਸੀ। ਸੋ ਦੂਰਦਰਸ਼ਨ ਨੇ ਉਹਦੀ ਸਟੇਟਮੈਂਟ ਉਹਨਾਂ ਦੀ ਜਗ ਜ਼ਾਹਿਰ ਕੀਤੀ, ਸਾਰੀ ਦੁਨੀਆ ਤੇ ਜਗਤ 'ਚ ਗਈ। ਉਹ ਸੀ ਕਿ ਕੋਠਾ ਸਾਹਿਬ ਠੀਕ ਠਾਕ ਹੈ। ਯਾਨੀ ਜਥੇਦਾਰ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂ ਤਾਂ ਮੈਂ ਸੰਪੂਰਨ ਸਮੁੱਚੀ ਸਟੇਟਮੈਂਟ ਦਿਆਂਗਾ ਵੀ ਅਕਾਲ ਤਖਤ ਢਹਿ ਢੇਰੀ ਹੋ ਗਿਆ, ਪਰ ਕੋਠਾ ਸਾਹਿਬ ਠੀਕ ਠਾਕ ਹੈ।
ਮਤਲਬ ਅਕਾਲ ਤਖਤ ਦੇ ਜਥੇਦਾਰ ਨੇ ਇੰਨਾ ਘੱਲੂਕਾਰਾ ਦੇਖ ਲਿਆ, ਕਿੰਨੇ ਹਜ਼ਾਰ ਸਿੰਘ ਸਿੰਘਣੀਆਂ ਅੰਦਰ ਫੌਜ ਨੇ ਸ਼ਹੀਦ ਕਰ ਦਿੱਤੇ, ਲੇਕਿਨ ਜਥੇਦਾਰ 'ਚ ਇੰਨੀ ਜ਼ਰੂਰਤ ਨਹੀਂ ਸੀਗੀ ਕਿ ਉਹ ਕਹੇ ਮੈਂ ਸਟੇਟਮੈਂਟ ਨਹੀਂ ਦੇਣੀ ਕੱਚੀ ਪੱਕੀ। ਫਿਰ ਅੱਗੇ ਆ ਜਾਓ, ਫਿਰ ਹੁਣ ਜੋ ਹੋਈ ਆ ਜੋ ਕੀ ਸਥਿਤੀ, ਜਥੇਦਾਰ ਸਾਹਿਬ ਰਾਮ ਰਹੀਮ ਸਿਰਸੇ ਵਾਲਿਆਂ ਨੂੰ ਕੌਮ 'ਚੋਂ ਛੇਕ ਦਿੰਦੇ ਨੇ ਵੀ ਉਹਨਾਂ ਨਾਲ ਕੋਈ ਰਿਸ਼ਤਾ ਨਾ ਰੱਖੋ। ਫਿਰ ਸਿਆਸੀ ਮਜਬੂਰੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਥੇਦਾਰ ਸਾਹਿਬ ਆਪਣਾ ਪਹਿਲਾ ਦਿੱਤਾ ਹੋਇਆ ਹੁਕਮਨਾਮਾ ਵਾਪਸ ਲੈ ਕੇ ਉਹਨਾਂ ਨੂੰ ਆਜ਼ਾਦ ਕਰ ਦਿੰਦੇ ਨੇ। ਜਦੋਂ ਸਾਰੀ ਦੁਨੀਆ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਬੜੀ ਪੀੜਾ ਹੋਈ, ਹਿਰਦੇ ਬਲੁੰਦਰੇ ਗਏ ਕਿ ਸਾਡੇ ਜਥੇਦਾਰ ਕੀ ਕਰ ਰਹੇ ਨੇ, ਤੇ ਉਹਨਾਂ ਨੇ ਤੀਸਰਾ ਹੁਕਮਨਾਮਾ ਦਿੱਤਾ ਤੇ ਫਿਰ ਉਹਨਾਂ ਨੇ ਸਿਰਸੇ ਵਾਲੇ ਬਾਬੇ ਨੂੰ ਫਿਰ ਸੋਸ਼ਲ ਬਾਈਕਾਟ ਦਾ ਆਦੇਸ਼ ਜਾਰੀ ਕਰਦਾ। ਕੋਈ ਸੋਚ ਸਕਦਾ ਹੈ ਇਹਦੇ ਨਾਲ ਜਥੇਦਾਰ ਦੀ ਪਦਵੀ ਦਾ ਰੁਤਬਾ ਨਹੀਂ ਵਧਿਆ, ਇਹਦੇ ਨਾਲ ਤੇ ਬਾਬਾ ਰਾਮ ਰਹੀਮ ਦਾ ਰੁਤਬਾ ਵਧਿਆ, ਉਹਦੀ ਉਹ ਸ਼ਕਤੀਸ਼ਾਲੀ ਹੋਇਆ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ, ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਸਿੱਖ ਚੋਂ ਕੌਮ ਚੋਂ ਐਕਸਕਿਊਮਨੀਕੇਟ ਕਰਤਾ, ਉਹਨਾਂ ਨੇ ਜਾ ਕੇ ਕੈਲੀਫੋਰਨੀਆ ਆਪਣਾ ਗੁਰਦੁਆਰਾ ਖੋਲ੍ਹ ਲਿਆ, ਗੁਰਦੁਆਰਾ ਚੱਲ ਰਿਹਾ, ਉਹਨਾਂ ਨੇ ਜਥੇ ਦਾ ਅਕਾਲ ਤਖਤ ਤੋਂ ਮਾਫੀ ਨਹੀਂ ਮੰਗੀ, ਉਹਨਾਂ ਨੇ ਸਜ਼ਾ ਪੂਰੀ ਨਹੀਂ ਕੀਤੀ। ਸੋ ਇਹ ਜਦੋਂ ਰਾਜੋਵਾਣਾ ਜੀ ਇਹ ਜਦੋਂ ਗੱਲ ਕਹਿੰਦੇ ਨੇ, ਤੇ ਰਾਜੋਵਾਣਾ ਜੀ ਇਹਨਾਂ ਸਾਰੀਆਂ ਸੰਸਥਾਵਾਂ ਦੇ ਕਿਰਦਾਰ ਨੂੰ ਸਾਹਮਣੇ ਰੱਖ ਕੇ ਕਹਿ ਰਹੇ, ਇਹ ਤਿੰਨ ਸ਼ਬਦ ਸਿੱਖ ਕੌਮ ਨੂੰ ਉਦੋਂ ਤੱਕ ਟੂੰਬਦੇ ਰਹਿਣਗੇ ਜਦੋਂ ਤੱਕ ਕਿ ਸਿੱਖ ਕੌਮ ਇਸ ਦੁਨੀਆ 'ਚ ਰਹੇਗੀ, ਇਤਿਹਾਸ ਰਹੇਗਾ, ਸਿੱਖਾਂ ਬਾਰੇ ਚਰਚੇ ਹੋਣਗੇ। ਇਹ ਹਿਸਟਰੀ ਜਿਹੜੀ ਅਜੋਕੀ ਹਿਸਟਰੀ ਹੈ, ਇਹ ਖਤਮ ਨਹੀਂ ਹੋਣੀ। ਸੋ ਹੁਣ ਸਮੱਸਿਆ ਇਹ ਆ ਗਈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਚੁੱਪ ਹਨ। ਉਹਨਾਂ ਨੇ ਤੇ ਜਥੇਦਾਰ ਸਾਹਿਬ ਨੂੰ ਹੁਣ ਚੈਲੰਜ ਕੀਤਾ, ਉਹਨਾਂ ਨੇ SGPC ਨੂੰ ਨਹੀਂ ਚੈਲੰਜ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਹੰਗਰ ਸਟ੍ਰਾਈਕ ਰੱਖਾਂਗਾ, ਮਰਨ ਵਰਤ ਰੱਖਾਂਗਾ। ਮਰਨ ਵਰਤ ਰੱਖਣਾ ਸਿੱਖ ਕੌਮ ਦੀਆਂ ਪਰੰਪਰਾਵਾਂ ਦਾ ਹਿੱਸਾ ਨਹੀਂ, ਇਹੋ ਜਿਹੀ ਕੋਈ ਸਾਡੇ ਇਤਿਹਾਸ 'ਚ ਮਿਸਾਲ ਨਹੀਂ ਕਿ ਮਰਨ ਵਰਤ ਰੱਖਿਆ ਜਾਏ। ਇੱਕ ਵਾਰੀ ਅਕਾਲੀ ਪ੍ਰਧਾਨ ਨੇ ਪੰਜਾਬੀ ਸੂਬੇ ਦੇ ਮਾਮਲੇ 'ਤੇ ਅਗਨੀ ਕੁੰਡ ਬਣਾ ਦਿੱਤੇ ਗੋਲਡਨ ਟੈਂਪਲ ਦੇ ਅੰਦਰ, ਤੇ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਆਪ ਨੂੰ ਅਗਨੀ ਭੇਟ ਕਰ ਦਿਆਂਗਾ। ਉਹਨਾਂ ਨੇ ਅਗਨੀ ਭੇਟ ਨਹੀਂ ਕੀਤਾ, ਜਿਹੜੇ ਅਗਨੀ ਕੁੰਡ ਬਣੇ ਸੀਗੇ ਉਹ ਡਿਮੋਲਿਸ਼ ਕੀਤਾ ਗਏ। ਸੋ ਸਾਨੂੰ ਇਸ ਇਤਿਹਾਸ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖ ਸਿੱਖੀ ਪਰੰਪਰਾਵਾਂ ਤੋਂ ਦੂਰ ਜਾਂਦੇ ਨੇ, ਤਦੋਂ ਤਦੋਂ ਸਿੱਖ ਕੌਮ ਦੀ ਜਿਹੜੀ ਹੇਠੀ ਹੁੰਦੀ ਹੈ। ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਦਹਿਸ਼ਤਵਾਦ ਜਿਹੜਾ ਉਹ ਸਿੱਖ ਕੌਮ ਦੀ ਵਿਚਾਰਧਾਰਾ ਦਾ ਹਿੱਸਾ ਨਹੀਂ, ਗੁਰੂਆਂ ਦੀ ਵਿਚਾਰਧਾਰਾ ਦਾ ਹਿੱਸਾ ਨਹੀਂ। ਗੁਰੂ ਗ੍ਰੰਥ ਸਾਹਿਬ ਸਾਨੂੰ ਦਹਿਸ਼ਤਵਾਦ ਵੱਲ ਕਿਤੇ ਵੀ ਪ੍ਰੇਰਿਤ ਨਹੀਂ ਕਰਦਾ, ਇਸ ਸੰਕਲਪ ਤੋਂ ਸਾਨੂੰ ਪਰੇ ਰੱਖਦਾ। ਅੱਜ ਕੱਲ੍ਹ ਉਹ ਸਾਰੇ ਸਿੰਘ ਜਿਹੜੇ ਦਹਿਸ਼ਤਗਰਦ ਹਨ, ਉਹ ਸਾਡੀ ਸਿਆਸਤ ਉੱਪਰ ਹਾਵੀ ਹੋਏ ਹਨ, ਔਰ ਉਹਨਾਂ ਦੀ ਡਿਕਟੇਸ਼ਨ ਨਾਲ ਸਾਡੀ ਸਿਆਸਤ ਪਿਛਲੇ 25-30 ਵਰ੍ਹਿਆਂ ਤੋਂ ਜਾਂ ਇਸ ਤੋਂ ਵੱਧ ਵੀ ਉਹ ਚੱਲ ਰਹੀ ਹੈ। ਸੋ ਸਿੱਖ ਕੌਮ ਨੂੰ ਦਹਿਸ਼ਤਗਰਦੀ ਬਾਰੇ ਵੀ ਫੈਸਲਾ ਲੈਣਾ ਪਏਗਾ। ਸੋ ਇਹ ਜੋ ਇਤਿਹਾਸਕ ਪੱਤਰ ਲਿਖਿਆ ਬਲਵੰਤ ਸਿੰਘ ਰਾਜੋਵਾਣਾ ਨੇ, ਸਾਨੂੰ ਇਸ ਦੀ ਸਪਿਰਿਟ ਨੂੰ ਸਮਝਣਾ ਚਾਹੀਦਾ ਹੈ, ਇਸ ਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਔਰ ਇਹ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਆ, ਉਹਦੇ ਬਾਰੇ ਮੈਂ ਇਸ ਕਰਕੇ ਬਹੁਤਾ ਕੁਝ ਨਹੀਂ ਕਹਿੰਦਾ ਕਿ ਉੱਥੇ ਕੀ ਕੁਝ ਵਾਪਰਦਾ ਹੈ। ਯਾਨੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਤਾਬਿਆਂ 'ਚ
ਗ੍ਰੰਥੀ ਸਾਹਿਬਾਨ ਬੈਠੇ ਹੋਏ ਹਨ, ਪਰ ਅੱਗੇ ਸੰਗਤ ਹੀ ਹੈ ਨਹੀਂ। ਸੰਗਤ ਆਣੀ ਹੋਈ ਬੰਦ ਹੋ ਗਈ। ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ ਕਿ ਜਿਹੜੀ ਸੰਗਤ ਉੱਥੇ ਬੈਠਦੀ ਸੀ ਉਹਦੇ ਪਿੱਛੇ ਕੀ ਸਿਆਸਤ ਸੀ, ਪਰ ਮੈਂ ਇੱਥੇ ਸਾਂਝੀ ਨਹੀਂ ਕਰਨਾ ਚਾਹੁੰਦਾ, ਤੁਸੀਂ ਆਪ ਹੀ ਸਮਝ ਗਏ ਹੋਣੇ ਹੋ। ਸੋ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਅਤੇ ਮੈਂ ਇਹ ਗੁਜ਼ਾਰਿਸ਼ ਕਰਦਾ ਕਿ ਬੰਦੀ ਸਿੰਘਾਂ ਉੱਪਰ ਸਿੱਖ ਲੀਡਰਾਂ ਨੂੰ, ਸਿਆਸਤਦਾਨਾਂ ਨੂੰ ਸਿਆਸਤ ਬੰਦ ਕਰ ਦੇਣੀ ਚਾਹੀਦੀ ਹੈ, ਧੋਖੇਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ। ਇਹ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਬੰਦ ਕਰ ਦਿੱਤੀਆਂ ਜਾਣਾ ਚਾਹੀਦੀਆਂ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਦੇਸ਼ ਅਜਿਹਾ ਨਹੀਂ ਕਿ ਬੰਦੀ ਸਿੰਘਾਂ ਨੂੰ ਛੁਡਾਇਆ ਜਾਏ। ਉਹਨਾਂ ਦਾ ਉਦੇਸ਼ ਤਾਂ ਹੈਗਾ ਕਿਸੇ ਤਰ੍ਹਾਂ ਅਸੀਂ ਮੁੜ ਸੁਰਜੀਤ ਹੋ ਜਾਈਏ। ਇਹ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ, ਬਾਦਲ ਪਰਿਵਾਰ ਦਾ ਹੈ, ਇਹ ਹੁਣ ਸਿੱਖ ਕੌਮ ਦਾ ਨਹੀਂ। ਇਸ ਨੂੰ ਸੁਰਜੀਤ ਕਰਨ ਦੀ ਉਹਦੀ ਸਮੱਸਿਆ ਸੁਖਬੀਰ ਸਿੰਘ ਬਾਦਲ ਜੀ ਦੀ, ਅਤੇ ਉਹ ਹਰ ਵਕਤ ਦੀ ਉਹਨਾਂ ਦੀ ਕੋਸ਼ਿਸ਼ ਹੈ ਕਿ ਜੇਲ੍ਹ ਵਿੱਚ ਬੈਠੀ ਸਰਕਾਰ ਜੋ ਸਨਾਤਨ ਧਰਮ ਦੀ ਪੈਰੋਕਾਰ ਹੈ ਉਸ ਨਾਲ ਕਿਸੇ ਤਰ੍ਹਾਂ ਇਸ ਅਕਾਲੀ ਦਲ ਦਾ ਅਲਾਇੰਸ ਹੋ ਜਾਏ ਅਤੇ ਕਮ ਅਜ਼ ਕਮ ਉਹਨਾਂ ਦੀ ਜੋ ਗਿਰੀ ਹੋਈ ਸਿਆਸੀ ਸਾਖ ਹੈ ਉਸ ਨੂੰ ਕੁਝ ਲਾਭ ਪਹੁੰਚੇ। ਕੋਈ ਪੁੱਛ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਿੱਖ ਵਿਚਾਰਧਾਰਾ ਸਨਾਤਨ ਧਰਮ ਦੀ ਵਿਚਾਰਧਾਰਾ ਨਾਲ ਮਿਲਦੀ ਹੈ? ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ 4-5 ਚੌਧਰੀ ਨੇ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ, ਬਿਕਰਮਜੀਤ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਇਆ, ਡਾਕਟਰ ਚੀਮਾ, ਜੇ ਸਿਰਫ ਜਪਜੀ ਸਾਹਿਬ ਨੂੰ ਧਿਆਨ ਨਾਲ ਪੜ੍ਹ ਲੈਣ ਅਤੇ ਸਮਝ ਲੈਣ ਤਾਂ ਫਿਰ ਇਹ ਕਦੀ ਵੀ RSS ਦੀ ਜਿਹੜੀ ਪਾਰਟੀ ਹੈ BJP ਉਹਦੇ ਨੇੜੇ ਨਹੀਂ ਲੱਗਣਗੇ। ਪਰ ਉਹਨਾਂ ਦਾ ਤਾਂ ਮਨੋਰਥ ਸਿਆਸੀ ਹੈ, ਪੰਜਾਬ ਸਟੇਟ 'ਤੇ ਕਬਜ਼ਾ ਕਰਨ ਦੀ ਉਹਨਾਂ ਅੰਦਰ ਭਾਵਨਾ ਹੈ। ਸੋ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਅਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜੋ ਸਿੱਖ ਬੰਦੀ ਸਿੰਘ ਹਨ ਇਹਨਾਂ ਨੂੰ ਬੜੇ ਨੇੜੇ ਦੇ ਭਵਿੱਖ ਵਿੱਚ ਕਿਸੇ ਨੇ ਜੇਲ੍ਹਾਂ 'ਚੋਂ ਰਿਹਾ ਨਹੀਂ ਕਰਨਾ, ਕਿਉਂਕਿ ਕੇਂਦਰ ਵੀ ਇਹਨਾਂ ਬੰਦੀ ਸਿੱਖਾਂ ਦੀ ਕੈਦੀ ਹੋਣ 'ਤੇ ਆਪਣੀ ਸਿਆਸਤ ਖੇਡ ਰਿਹਾ, ਜਿਵੇਂ ਕਿ ਸਿੱਖਾਂ ਦੀਆਂ ਸੰਸਥਾਵਾਂ ਦੇ ਵੱਡੇ ਵੱਡੇ ਲੀਡਰ ਖੇਡ ਰਹੇ ਨੇ। ਸਤਿ ਸ੍ਰੀ ਅਕਾਲ।